गुण गोबिंद गायो नहीं, जन्म अकारथ कीना। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ ਦੇ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਸ਼ਬਦ ਧਨਾਸਰੀ ਰਾਗ ਵਿੱਚ ਦਾ ਪਹਿਲਾ ਜਿਹੜਾ ਸ਼ਬਦ ਹੈ ਉਸ ਦੀ ਵਿਚਾਰ ਕਰਨੀ ਹੈ। ਪਹਿਲਾ ਸ਼ਬਦ ਦਾ ਪਾਠ ਫਿਰ ਗਿਆਨੀ ਹਰਬੰਸ ਸਿੰਘ ਜੀ ਦੇ ਸਟੀਕ ਤੋਂ ਪੜ੍ਹਨਾ ਹੈ ਤੇ ਫਿਰ ਬਾਕੀ ਵਿਦਵਾਨਾਂ ਦੀ ਰਾਏ ਦੇਖਣੀ ਹੈ। ਆਓ ਪਹਿਲਾ ਸ਼ਬਦ ਦਾ ਪਾਠ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਮਹਿਲਾ ਨੌਵਾਂ। ਕਾਹੇ ਰੇ ਬਨ ਖੋਜਨ ਜਾਏ, ਸਰਵ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਰਹਾਉ ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ। ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਬਾਹਰ ਭੀਤਰ ਕੋ ਜਹਾਨੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭ੍ਰਮ ਕੀ ਕਾਈ। ਬਾਹਰ ਭੀਤਰ ਕੋ ਜਾਨੋ, ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭ੍ਰਮ ਕੀ ਕਾਈ। ਵਰਡ ਮੀਨਿੰਗਸ ਪਦ ਅਰਥ। ਕਾਹੇ ਕਾਦੇ ਲਈ, ਫॉर what। ਰੇ ਹੈ ਭਾਈ ਓ ਬ੍ਰਦਰ। ਬਨ ਜੰਗਲ ਇਨ ਦ ਫੋਰੈਸਟ। ਖੋਜਨ ਰੱਬ ਨੂੰ ਲੱਭਣ ਵਾਸਤੇ, ਟੂ ਫਾਈਂਡ ਗੋਡ। ਨਿਵਾਸੀ ਵਸਣ ਵਾਲਾ, who pervades or lives। ਅਲਿਪਾ ਨਿਰਲੇਪ, he is untouched, he is beyond maya। ਸਮਾਈ ਸਮਾ ਭਾਵ ਵਸ ਰਿਹਾ ਹੈ, is resident, is in there। ਪੋਹਪ ਮਦ ਫੁੱਲ ਵਿੱਚ, in the flower। ਮੁਕਰ ਮਹੇ ਸ਼ੀਸ਼ੇ ਵਿੱਚ, in the mirror। ਸ਼ਾਈ ਸਾਇਆ ਪ੍ਰਤਿਬਿੰਬ, your shadow or your reflection। ਨਿਰੰਤਰ ਇੱਕ ਰਸ, in without unbroken, ਇੱਕ ਰਸ unbroken। ਘਟ ਹੀ ਭੀਤਰ ਹਿਰਦੇ ਵਿੱਚ ਹੀ, in your inner heart। ਵਡਾਈ ਦੱਸਦਾ ਹੈ, tells you। ਬਿਨ ਆਪਾ ਚੀਨੇ, ਆਪਾ ਮੂਲ ਪਛਾਣੇ ਬਿਨਾ, without realizing your inner self। ਭ੍ਰਮ ਕੀ ਭਟਕਣਾ ਦੀ, your wandering state। ਕਾਈ ਸਾਵਲ ਪਾਣੀ ਉੱਤੇ ਜੰਮਿਆ ਹੋਇਆ ਸਾਵਾ ਜਾਲਾ, like the green stuff grown on water, that sort of plantation। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਮਹਿਲਾ ਨੌਵਾਂ। ਕਾਹੇ ਰੇ ਬਨ ਖੋਜਨ ਜਾਈ, ਸਰਵ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਰਹਾਉ ਹੇ ਭਾਈ, ਕਾਹਦੇ ਲਈ ਤੂੰ ਜੰਗਲ ਵਿੱਚ ਰੱਬ ਢੂੰਡਣ ਵਾਸਤੇ ਜਾਂਦਾ ਹੈ। ਓ ਬ੍ਰਦਰ, ਵਾਈ ਡੂ ਯੂ ਗੋ ਟੂ ਦ ਫੋਰੈਸਟ ਟੂ ਫਾਈਂਡ ਗੋਡ। ਉਹ ਪਰਮੇਸ਼ਰ ਸਭ ਥਾਂ ਵਿਆਪਕ ਹੈ। ਦੈਟ ਸੁਪਰੀਮ ਲੋਰਡ ਵਾਹਿਗੁਰੂ ਇਜ਼ ਮੈਨੀਫੈਸਟ ਇਨ ਐਵਰੀਥਿੰਗ, ਅਤੇ ਸਦਾ ਨਿਰਲੇਪ ਹਰੀ ਨਾਲ ਤੇਰੇ ਨਾਲ ਹੀ ਵਸ ਰਿਹਾ ਹੈ। ਐਂਡ ਦੈਟ ਸੁਪਰੀਮ ਲੋਰਡ ਵਾਹਿਗੁਰੂ, who is beyond everything but manifest in everything, also resides in you। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ। ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਹੇ ਭਾਈ, ਫੁੱਲਾਂ ਵਿੱਚ ਜਿਸ ਤਰ੍ਹਾਂ ਵਾਸ਼ਨਾ ਸੁਗੰਧੀ ਵਸਦੀ ਹੈ, ਸ਼ੀਸ਼ੇ ਵਿੱਚ ਜਿਸ ਤਰ੍ਹਾਂ ਮਨੁੱਖੀ ਚਿਹਰੇ ਦਾ ਪ੍ਰਤਿਬਿੰਬ ਦਿਖਾਈ ਦਿੰਦਾ ਹੈ, ਇਸੇ ਤਰ੍ਹਾਂ ਹਰੀ ਤੇਰੇ ਹਿਰਦੇ ਵਿੱਚ ਇੱਕ ਰਸ ਵਸ ਰਿਹਾ ਹੈ। ਸੋ ਉਸ ਹਰੀ ਨੂੰ ਤੁਸੀਂ ਆਪਣੇ ਹਿਰਦੇ ਵਿੱਚ ਹੀ ਲੱਭੋ। ਓ ਬ੍ਰਦਰ, just like the fragrance in the flowers and the reflection in the mirror are there, and you can see it or you can smell it, in the same way Supreme Lord Vaheguru is manifest, is residing in your inner consciousness। Find him there, look for him there, look for him in your inner conscience, he's there, instead of going to the forest and jungles। ਬਾਹਰ ਭੀਤਰੇ ਕੋ ਜਹਾਨੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭ੍ਰਮ ਕੀ ਕਾਈ। ਹੇ ਭਾਈ, ਗੁਰੂ ਦਾ ਗਿਆਨ ਇਹ ਮਾਰਗ ਦੱਸਦਾ ਹੈ ਕਿ ਬਾਹਰ ਅਤੇ ਜੰਗਲਾਂ ਅੰਦਰ ਸਭ ਥਾਵਾਂ ਤੇ ਇੱਕੋ ਹਰੀ ਨੂੰ ਹੀ ਦੇਖੋ,
ਦਾਸ ਨਾਨਕ ਆਖਦਾ ਹੈ ਕਿ ਆਪਣਾ ਆਪ ਸਮਝੇ ਤੋਂ ਬਿਨਾਂ ਮਨ ਤੋਂ ਸੰਸ਼ੇ ਦੀ ਸਾਵਲ ਦੂਰ ਨਹੀਂ ਹੁੰਦੀ ਹੈ। Oh brother, the Guru's divine knowledge tells us that don't search for Supreme Lord Guru on the outside. He's inside you. Look there. Look inside you. Go inside you. And so find the one alone Supreme Lord Vaheguru inside you. Seven Nanak says, without understanding oneself that we are part of the Supreme Lord Vaheguru, you cannot remove the doubts. The doubt sort of plantation has grown on our mind. The doubt of plantation has grown on our mind. We cannot realize Vaheguru without removing that, all our doubts. Some clarification from Gyani ji here. Please read that for yourself. Slight extension here. He's saying that Noe Pasha says, Sagal Banaswat mein basantar, Sagal ud mein kiya, ऊंच नीच में ਜੋਤ ਸਮਾਨੀ ਘਟ ਘਟ ਮਾਦੋ ਜੀਆ। ਇੱਥੇ ਵੀ ਬਨਸਪਤੀ ਦੇ ਅੰਦਰ ਅੱਗ ਦੇ ਦੁੱਧ ਦੇ ਵਿੱਚ ਘਿਓ ਦੀ ਹੋਂਦ ਵਾਲੀ ਗੱਲ ਕੀਤੀ ਹੈ। ਸੋ ਇੱਥੇ ਮੁਕਰ ਅਤੇ ਅਰਥ ਸ਼ੀਸ਼ੇ ਨਾਲੋਂ ਮਬਲਸਰੀ ਕਰਨੇ ਵਿਗਿਆਨਕ ਅਤੇ ਗੁਰਬਾਣੀ ਵਿੱਚ ਵਰਤੇ ਹੋਏ ਪ੍ਰਮਾਣਾਂ ਦੇ ਅਨੁਕੂਲ ਹਨ, ਕਿਉਂਕਿ ਮਬਲਸਰੀ ਵਿੱਚ ਸੁਗੰਧ ਦੀ ਸਦੀਵੀ ਹੋਂਦ ਹੈ। ਕਈ ਸਾਲ ਹੋਏ ਇੱਕ ਵਿਦਵਾਨ ਨੇ ਇੱਕ ਪੁਸਤਕ ਜੋ ਉਰਦੂ ਵਿੱਚ ਲਿਖੀ ਸੀ, ਉਸਨੇ ਮੁਕਰ ਦੇ ਇਹੋ ਅਰਥ ਕੀਤੇ ਸਨ। ਇਹ ਅਰਥ ਨਿਰੰਤਰ ਵਿੱਚ ਵਾਲੇ ਸਿਧਾਂਤ ਨਾਲ ਮੇਲ ਖਾਂਦੇ ਹਨ। ਸ਼ੀਸ਼ੇ ਵਾਲੇ ਅਰਥਾਂ ਵਿੱਚ ਨਿਰੰਤਰਤਾ ਦੀ ਘਾਟ ਹੈ। ਇਹ ਅਰਥ ਪ੍ਰੋਫੈਸਰ ਤਸਵੀਰ ਸਿੰਘ ਤੇ ਹੋਰ ਕੁਝ ਹੋਰ ਵਾਦਾਂ ਨਾਲ ਵਿਚਾਰ ਕਰਨ ਮਗਰੋਂ ਦਿੱਤੇ ਸਨ। ਪੁਰਾਤਨ ਵਿਚਾਰਵਾਨਾਂ ਨੂੰ ਇਹ ਅਰਥ ਓਪਰੇ ਜਿਹਾ ਲੱਗਦੇ ਹਨ। ਜੇ ਕੋਈ ਖੋਜੀ ਮੁਕਰ ਪਦ ਦੇ ਅਰਥਾਂ ਬਾਰੇ ਹੋਰ ਵਧੇਰੇ ਚਾਨਣ ਪਾ ਸਕੇ ਅਤੇ ਇਹ ਸਿੱਧ ਕਰ ਸਕੇ ਕਿ ਸ਼ੀਸ਼ੇ ਵਿੱਚ ਮਨੁੱਖੀ ਸਾਇਆ ਹਰ ਵੇਲੇ ਰਹਿੰਦਾ ਹੈ, ਤਾਂ ਉਸ ਨੂੰ ਜੀ ਆਇਆਂ ਆਖਿਆ ਜਾਵੇਗਾ। Here Gyani ji is saying really that he has struggled with this meaning of mukkar. Mukkar meaning obviously mirror. That the reflection isn't everlasting. But I don't think Guruji is saying that. I think Guruji is saying that just as the reflection is there, it doesn't mean it's everlasting. Just as the fragrance is there in the flower, it's not everlasting. It's just while the flower is, while you're there, you have to smell the fragrance. But he's struggling with it, and he's saying that maybe the mukkar means something different in this context. But he's saying that if somebody else finds any other meaning, he'll welcome it if he's obviously alive to do it, because he's quite old. So that was sort of clarification, but not a full clarification there. But he has asked other scholars as well. And the conclusion to this shabd is, ਰੱਬ ਬਾਹਰ ਜੰਗਲਾਂ ਬੇਲਿਆਂ ਵਿੱਚ ਨਹੀਂ ਵਸਦਾ, ਉਹ ਤਾਂ ਹਿਰਦੇ ਵਿੱਚ ਬਿਰਾਜਮਾਨ ਹੈ। God doesn't reside in forest and plants. He resides in our heart. Now, he does reside everywhere. He's manifesting everything. But where you're going to find him is inside you. Once you find him inside you, then you will see why he could manifest in everything. But if you try to find it some out of other things without finding it inside you, then you won't see it. ਉਹ ਇਹਨਾਂ ਨੇਤਰਾਂ ਦੇ ਵੇਖਣ ਦਾ ਵਿਸ਼ਾ ਨਹੀਂ, ਸੁਗੰਧੀ ਵਾਂਗ ਸੁੰਘਣਾ ਹੈ। Again, he's saying he's not a subject of our eyes. Eyes can't see him. We have to, just like the fragrance, we have to smell. ਭਾਵ ਉਸ ਦੀ ਹੋਂਦ ਨੂੰ ਅਨੁਭਵ ਕਰਨਾ ਹੈ। We have to sort of realize his being. ਗੁਰੂ ਦਾ ਗਿਆਨ ਇਸ ਸਿਧਾਂਤ ਪ੍ਰਗਟ ਕਰਦਾ ਹੈ। The Guru's divine knowledge clarifies this. ਅੰਤਰ ਵਸੇ ਬਾਹਰ ਪੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਪਰ ਆਪਣੇ ਆਪ ਨੂੰ ਸਮਝੇ ਬਿਨਾਂ ਮਨ ਦੀ ਮੈਲ ਦੂਰ ਨਹੀਂ ਹੁੰਦੀ। ਇਸ ਲਈ ਆਪਾ ਚਿੰਨ੍ਹ ਦੀ ਜਾਚ ਗੁਰਬਾਣੀ ਪਾਸੋਂ ਸਿੱਖਣੀ ਚਾਹੀਦੀ ਹੈ। So really we have to learn from Gurbani how do we understand ourselves, the soul and the prime soul, Parmeshwar and Atma. What is the connection through Gurbani? Now we go to Gurbani Explorer up and look at the scholars, namely Shavdar scholars, Sahib Singh Ji Tarpan, Sardar Manmohan Singh Ji's English and Punjabi, and Sant Singh Ji Khalsa's English. ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ। There is but one God, by true Guru's grace he is obtained. ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। One universal creator God by the grace of the true Guru. ਤਨਾਸਰੀ ਮਹਲਾ ਨੌਵਾਂ।
ਰਾਗ ਧਨਾਸਰੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ। ਕਾਹੇ ਰੇ ਬਨ ਖੋਜਨ ਜਾਏ, ਬਨ ਜੰਗਲ ਵਿੱਚ। ਹਰੀ ਸਾਡੇ ਅੰਦਰ ਹੀ ਹੈ, ਪਰ ਆਪੇ ਦੀ ਸੋਝੀ ਨਾ ਹੋਣ ਕਰਕੇ ਮਨੁੱਖ ਭਰਮ ਵਿੱਚ ਪਿਆ ਰਹਿੰਦਾ ਹੈ ਅਤੇ ਅੰਦਰ ਵਸਤੇ ਹਰੀ ਨੂੰ ਨਹੀਂ ਪਛਾਣਦਾ। ਇਹ ਬੰਦੇ, ਤੂੰ ਕਿਉਂ ਰੱਬ ਲੱਭਣ ਲਈ ਜੰਗਲ ਵਿੱਚ ਜਾਂਦਾ ਹੈ? ਵਾਈ ਗੋਜ਼ thou, O man, to search God in the forest? ਕਾਹੇ, ਕਾਹਦੇ ਵਾਸਤੇ? ਰੇ, ਹੇ ਭਾਈ, ਬਨ ਜੰਗਲ ਵਿੱਚ। ਹੇ ਭਾਈ, ਪਰਮਾਤਮਾ ਨੂੰ ਲੱਭਣ ਵਾਸਤੇ ਤੂੰ ਜੰਗਲਾਂ ਵਿੱਚ ਕਿਉਂ ਜਾਂਦਾ ਹੈ? Why did you go looking for him in the forest? ਸਰਵ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਰਹਾਓ। ਸਭ ਥਾਂ ਵਿਆਪਕ ਅਤੇ ਫਿਰ ਸਦਾ ਨਿਰਲੇਪ ਹਰੀ ਤੇਰੇ ਕੋਲ ਵਸਦਾ ਹੈ। ਹਮੇਸ਼ਾ ਹੀ ਨਿਰਲੇਪ ਵਾਹਿਗੁਰੂ ਹਰ ਥਾਂ ਵਿਆਪਕ ਹੈ ਅਤੇ ਤੇਰੇ ਨਾਲ ਹੀ ਵਸਦਾ ਹੈ। Ever detached God dwells everywhere and abides even with thee. ਨਿਵਾਸੀ, ਵਸਣ ਵਾਲਾ, ਅਲੇਪਾ, ਨਿਰਲੇਪ, ਮਾਇਆ ਦੇ ਪ੍ਰਭਾਵ ਤੋਂ ਸੁਤੰਤਰ, ਤੋ ਸੰਗ ਹੀ, ਤੇਰੇ ਨਾਲ ਹੀ। ਪਰਮਾਤਮਾ ਸਭ ਵਿੱਚ ਵਸਣ ਵਾਲਾ ਹੈ, ਫਿਰ ਵੀ ਸਦਾ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵਸਦਾ ਹੈ। Although he is untouched, he dwells everywhere. He is always with you as a companion. ਪੋਹਬ ਮਦ ਜਿਉ ਵਾਸ ਬਸਤ ਹੈ, ਮੁਕਰ ਮਾਏ ਜੈਸੇ ਸ਼ਾਈ। ਫੁੱਲ ਵਿੱਚ ਜਿਸ ਤਰ੍ਹਾਂ ਖੁਸ਼ਬੂ ਵਸਦੀ ਹੈ ਅਤੇ ਸ਼ੀਸ਼ੇ ਵਿੱਚ ਜਿਸ ਤਰ੍ਹਾਂ ਛਾਇਆ ਅਕਸ ਹੈ, ਇਸੇ ਤਰ੍ਹਾਂ ਹਰੀ ਖੂਬ ਸਾਡੇ ਅੰਦਰ ਰਹਿੰਦਾ ਹੈ। ਆਪਣੇ ਮਨ ਵਿੱਚ ਹੀ ਉਸਨੂੰ ਢੂੰਡੋ। ਜਿਸ ਤਰ੍ਹਾਂ ਫੁੱਲ ਵਿੱਚ ਸੁਗੰਧੀ ਵਸਦੀ ਹੈ ਅਤੇ ਸ਼ੀਸ਼ੇ ਵਿੱਚ ਪ੍ਰਤਿਬਿੰਬ। As fragrance abides in the flower and as a reflection in the mirror. ਪੋਪ, ਫੁੱਲ, ਮੱਧ ਵਿੱਚ, ਬਾਸ, ਸੁਗੰਧੀ, ਮੁਕਰ ਸ਼ੀਸ਼ਾ, ਛਾਇਆ ਅਕਸ। ਇਹ ਭਾਈ, ਜਿਵੇਂ ਫੁੱਲ ਵਿੱਚ ਸੁਗੰਧੀ ਵਸਦੀ ਹੈ, ਜਿਵੇਂ ਸ਼ੀਸ਼ੇ ਵਿੱਚ ਸ਼ੀਸ਼ਾ ਵੇਖਣ ਵਾਲਾ ਅਕਸ ਵਸਦਾ ਹੈ, like the fragrance which remains in the flower and like the reflection in the mirror, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਇਸੇ ਤਰ੍ਹਾਂ ਵਾਹਿਗੁਰੂ ਅੰਦਰ ਵਸਦਾ ਹੈ, ਉਸਨੂੰ ਆਪਣੇ ਦਿਲ ਅੰਦਰੋਂ ਭਾਲ ਹੈ ਵੀਰ। So does God self within thee, and search thou him within thy heart, O brother. ਨਿਰੰਤਰ, ਬਿਨਾਂ ਵਿੱਤ ਦੇ, ਹਰ ਥਾਂ, ਸਭਨਾਂ ਵਿੱਚ, ਘੱਟ ਹੀ ਹਿਰਦੇ ਵਿੱਚ ਹੀ ਭਾਈ। ਤਿਵੇਂ ਪ੍ਰਮਾਤਮਾ ਇੱਕ ਰਸ ਸਭਨਾਂ ਦੇ ਅੰਦਰ ਵਸਦਾ ਹੈ, ਇਸ ਵਾਸਤੇ ਉਸਨੂੰ ਆਪਣੇ ਹਿਰਦੇ ਵਿੱਚ ਹੀ ਲੱਭ। The Lord dwells deep within, search for him within your own heart, O sibling of destiny. ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਬਾਹਰ ਤੇ ਅੰਦਰ ਸਭ ਤਾਂ ਇੱਕੋ ਹਰੀ ਨੂੰ ਹੀ ਦੇਖੋ। ਨੋਟ ਫਰਮ ਸ਼ੁਦਾਰ ਸਕੋਲਰਸ। ਜਾਣ ਲੈ ਕਿ ਅੰਦਰ ਅਤੇ ਬਾਹਰ ਕੇਵਲ ਇੱਕ ਪ੍ਰਭੂ ਹੀ ਹੈ, ਇਹ ਸਮਝ ਮੈਨੂੰ ਗੁਰਾਂ ਨੇ ਬਖਸ਼ੀ ਹੈ। Within and without, know that there is but one Lord. This is the understanding the Guru has imparted unto me. ਭੀਤਰ, ਆਪਣੇ ਸਰੀਰ ਦੇ ਅੰਦਰ, ਗੁਰ ਗਿਆਨ, ਗੁਰੂ ਦਾ ਗਿਆਨ, ਗੁਰੂ ਨੇ। ਹੇ ਭਾਈ, ਗੁਰੂ ਦਾ ਆਤਮਿਕ ਜੀਵਨ ਦਾ ਉਪਦੇਸ਼ ਇਹ ਦੱਸਦਾ ਹੈ ਕਿ ਆਪਣੇ ਸਰੀਰ ਦੇ ਅੰਦਰ ਅਤੇ ਆਪਣੇ ਸਰੀਰ ਤੋਂ ਬਾਹਰ ਹਰ ਥਾਂ ਇੱਕ ਪਰਮਾਤਮਾ ਨੂੰ ਵਸਦਾ ਸਮਝੋ। Outside and inside, know that there is only the one Lord. The Guru has imparted this wisdom to me. Jan Nanak bin apa chine, mite na ਭਰਮ ਕੀ ਕਾਈ। ਨੋਟ ਫਰਮ ਸ਼ਿਵਦਾਰ ਸਕੋਲਰਸ। ਆਪਣੇ ਆਪ ਨੂੰ ਸਮਝਣ ਤੋਂ ਬਿਨਾਂ ਮਨ ਦੇ ਸੰਸੇ ਦੀ ਮੈਲ ਦੂਰ ਨਹੀਂ ਹੁੰਦੀ। ਕਾਈ, ਸਾਵਾ ਜਾਲਾ ਜੋ ਪਾਣੀ ਉੱਤੇ ਜਾਂ ਗਿੱਲੇ ਥਾਂ ਜੰਮ ਜਾਂਦਾ ਹੈ। ਬਗੈਰ ਆਪਣੇ ਆਪ ਨੂੰ ਜਾਣਨ ਦੇ, ਇਹ ਦਾਸ ਨਾਨਕ, ਭਰਮ ਸੰਸੇ ਦੀ ਮੈਲ ਦੂਰ ਨਹੀਂ ਹੁੰਦੀ। Without knowing oneself, O slave Nanak, the most filth of doubt is removed not. ਆਪਣਾ ਆਪ, ਆਪਣਾ ਆਤਮਿਕ ਜੀਵਨ, ਬਿਨ ਚੀਨੇ, ਪਰਖਣ ਤੋਂ ਬਿਨਾਂ, ਭ੍ਰਮ, ਭਟਕਣਾ, ਕਾਈ, ਹਰੇ ਰੰਗ ਦਾ ਜਾਲਾ ਜੋ ਉਸ ਥਾਂ ਲੱਗ ਜਾਂਦਾ ਜਿੱਥੇ ਪਾਣੀ ਕਾਫੀ ਚਿਰ ਖਲੋਤਾ ਰਹੇ। ਇਸ ਜਾਲੇ ਦੇ ਕਾਰਨ ਪਾਣੀ ਜ਼ਮੀਨ ਵਿੱਚ ਰਚ ਨਹੀਂ ਸਕਦਾ। ਇਸੇ ਤਰ੍ਹਾਂ ਭਟਕਣਾ ਦੇ ਜਾਲੇ ਦੇ ਕਾਰਨ ਪਾਣੀ ਜ਼ਮੀਨ ਮਨ ਦੇ ਅੰਦਰ ਅਸਰ ਨਹੀਂ ਕਰਦੀ। I think here probably ਪਾਣੀ ਜ਼ਮੀਨ means ਬਾਣੀ। ਹੇ ਦਾਸ ਨਾਨਕ, ਆਪਣਾ ਆਤਮਿਕ ਜੀਵਨ ਪਰਖਣ ਤੋਂ ਬਿਨਾਂ ਮਨ ਉੱਤੇ ਭਟਕਣਾ ਜਾਲਾ ਦੂਰ ਨਹੀਂ ਹੋ ਸਕਦਾ ਤੇ ਉਤਨਾ ਚਿਰ ਸਰਬ ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ। O seven Nanak, without knowing one's own self, the moss of doubt is not removed. So that was scholars in Gurmani Explorer. Now we go to Principal Gurmukh Singh Ji for his English meanings only. Ik oankar Satgur Prasad, Tanasri Mahalla Nawa, Kahe Re Ban Khojan Jai,
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ. O man, why do you renounce family life and escape to forest in search of God? Don't you know that He is pervading in all places and in all beings, and He abides in you as well? पोह मद ज्यों बास बस्त है मुकुर माए जैसे शाही तैसे ही हर बसे निरंतर कट ही खोजो पहाई. As the fragrance abides in a flower, or reflection of the person appears in a looking glass, in this way he alone abides. He alone avoids sin. He alone abides in all beings. Just typing error there. He alone abides in all beings, big or small. Therefore, look for him only there. बाहर भीतर एको जानो, हे गुर ज्ञान बताई. जन नानक बिन आपा चीने, मिटना भ्रम की काई. The Guru has been instructing his Sikhs that he permeates everywhere. Nanak, without realizing one's own self, this illusion shall not go at all. So that was Principal Gurmukh Singh's view on this Shabad. Please read these translations for yourself. The scholars have done amazing work in writing these translations. The least we can do is appreciate their work by reading them. My sincere thanks to all the scholars. Thanks to Gurbani Explorer app developers. Thanks to Sikh Books Club, whose material we've used in these videos. Please forgive me for my many mistakes. Kuljuk di Khama. Waheguru Ji Ka Khalsa. Waheguru Ji Ki Fateh.